ਮਾਸੂਮ ਬੱਚੇ ਨੂੰ ਗੋਦੀ ਚੁੱਕ ਸੜਕਾਂ ਤੇ ਭਟਕ ਰਹੀ ਇਹ ਅਭਾਗੀ ਇੱਕ ਪਤਨੀ ਹੈ ਜਿਸ ਨੇ ਕਿ ਆਪਣੇ ਪਤੀ ਨੂੰ ਇੱਕ ਹੋਰ ਕੁੜੀ ਦੇ ਨਾਲ ਹੋਟਲ ਦੇ ਕਮਰੇ ਦੇ ਵਿੱਚੋਂ ਫੜਿਆ। ਇੰਨਾ ਹੀ ਨਹੀਂ, ਇਸ ਦੇ ਵੱਲੋਂ ਦੱਸਿਆ ਗਿਆ ਕਿ ਕਿਵੇਂ ਇਸ ਦੇ ਪਤੀ ਦੇ ਵੱਲੋਂ ਪਿਛਲੇ ਕੁਝ ਮਹੀਨਿਆਂ ਤੋਂ ਇਸੇ ਔਰਤ ਦੇ ਨਾਲ ਕਿਰਾਏ ਦੇ ਘਰ ਦੇ ਵਿੱਚ ਵੀ ਰਿਹਾ ਜਾ ਰਿਹਾ ਹੈ। ਇਸ ਬਾਰੇ ਜਦੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਮਾਰਨਾ ਕੁੱਟਣਾ ਸ਼ੁਰੂ ਕਰ ਦਿੰਦਾ ਹੈ। ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਹਮਣੇ ਖੜਾ ਇਹ ਜ਼ਾਲਿਮ ਅਤੇ ਜਾਹਿਲ ਪਤੀ ਆਪਣੀ ਪਤਨੀ ਦੇ ਨਾਲ ਕਿਵੇਂ ਬਹਿਸ ਕਰ ਰਿਹਾ ਹੈ। ਨਾ ਸਿਰਫ ਆਪਣੀ ਪਤਨੀ ਦੇ ਨਾਲ ਸਗੋਂ ਉਸਦੇ ਪਿਤਾ ਦੇ ਨਾਲ ਵੀ ਲੜਾਈ ਝਗੜਾ ਕੀਤਾ ਜਾ ਰਿਹਾ ਹੈ। ਹੱਥ ਦੇ ਵਿੱਚ ਬੱਚਾ ਚੁੱਕੀ ਖੜੀ ਇਸ ਔਰਤ ਦੇ ਵੱਲੋਂ ਦੱਸਿਆ ਗਿਆ ਕਿ ਕਿਵੇਂ ਉਸਦਾ ਪਤੀ ਉਸਨੂੰ ਕਾਫੀ ਸਮੇਂ ਤੋਂ ਤੰਗ ਪਰੇਸ਼ਾਨ ਕਰ ਰਿਹਾ ਹੈ। ਇਹ ਵੀ ਬੜੀ ਹੈਰਾਨੀ ਦੀ ਗੱਲ ਹੈ ਕਿ ਇਹ ਪਤੀ ਪਤਨੀ ਦਾ 12 ਸਾਲ ਅਫੇਅਰ ਰਿਹਾ ਅਤੇ ਉਸ ਤੋਂ ਬਾਅਦ ਇਹਨਾਂ ਨੇ ਪ੍ਰੇਮ ਵਿਆਹ ਕਰਵਾਇਆ ਸੀ। ਪ੍ਰੇਮ ਵਿਆਹ ਹੋਣ ਦੇ ਬਾਵਜੂਦ ਵੀ ਇਸ ਮਰਦ ਦੇ ਵੱਲੋਂ ਆਪਣੀ ਪਤਨੀ ਦੇ ਨਾਲ ਵਫਾ ਨਹੀਂ ਨਿਭਾਈ ਗਈ ਤੇ ਹਾਲਤ ਇਹ ਬਣੇ ਹੋਏ ਨੇ ਕਿ ਪਤਨੀ ਦੇ ਵੱਲੋਂ ਬੱਚੇ ਨੂੰ ਚੁੱਕ ਕੇ ਸੜਕ ਤੇ ਭਟਕਣਾ ਪੈ ਰਿਹਾ ਅਤੇ ਪਤੀ ਨੂੰ ਸਮਝਾਉਣਾ ਪੈ ਰਿਹਾ ਹੈ। ਦੱਸਿਆ ਗਿਆ ਕਿ ਇਸ ਤੋਂ ਪਹਿਲਾਂ ਵੀ ਰਾਜ਼ੀਨਾਮਾ ਹੋ ਚੁੱਕਿਆ ਤੇ ਮੁਆਫੀ ਵੀ ਕਈ ਵਾਰ ਇਹ ਮੰਗ ਚੁੱਕਿਆ ਹੈ। ਜਦੋਂ ਇਸ ਬਾਰੇ ਸਾਰੀ ਗੱਲਬਾਤ ਮੁੰਡੇ ਦੇ ਮਾਪਿਆਂ ਦੇ ਨਾਲ ਕੀਤੀ ਜਾਂਦੀ ਹੈ ਤਾਂ ਕੁੜੀ ਦੇ ਪਿਤਾ ਦਾ ਕਹਿਣਾ ਹੈ ਕਿ ਇਸ ਦੇ ਮਾਪੇ ਕਹਿੰਦੇ ਨੇ ਕਿ ਮੁੰਡੇ ਐਸ਼ ਕਰਦੇ ਹੀ ਹੁੰਦੇ ਨੇ। ਸ਼ਰਮ ਆਉਣੀ ਚਾਹੀਦੀ ਹੈ ਅਜਿਹੇ ਲੋਕਾਂ ਨੂੰ ਜਿਹੜੇ ਕਿ ਕਿਸੇ ਹੋਰ ਦੀਆਂ ਧੀਆਂ ਭੈਣਾਂ ਦੇ ਨਾਲ ਖਿਲਵਾੜ ਕਰਦੇ ਨੇ। ਇਹ ਵੀ ਕਿਹਾ ਗਿਆ ਕਿ ਕਿਵੇਂ ਦਹੇਜ ਮੰਗਣ ਦੇ ਲਈ ਉਹਨਾਂ ਦੇ ਨਾਲ ਜ਼ੋਰ ਜ਼ਬਰਦਸਤੀ ਕੀਤੀ ਗਈ ਸੀ। ਮੁੰਡੇ ਦੇ ਜੀਜੇ ਦੇ ਵੱਲੋਂ ਹੀ ਗੱਡੀਆਂ ਮੰਗੀਆਂ ਜਾਂਦੀਆਂ ਰਹੀਆਂ ਨੇ। ਕੁੜੀ ਦੇ ਪਿਤਾ ਦੇ ਵੱਲੋਂ ਦੱਸਿਆ ਗਿਆ ਕਿ ਮਜਬੂਰਨ ਉਹਨਾਂ ਨੇ ਦਹੇਜ ਦਿੱਤਾ। ਹਾਲਾਂਕਿ ਉਹ ਚੰਗੀ ਤਰ੍ਹਾਂ ਜਾਣਦੇ ਨੇ ਕਿ ਦਹੇਜ ਦੇਣਾ ਇੱਕ ਕਾਨੂੰਨਨ ਅਪਰਾਧ ਹੈ। ਤੇ ਪਿਤਾ ਦਾ ਕਹਿਣਾ ਹੈ ਕਿ ਮੈਂ ਆਪਣੀ ਧੀ ਨੂੰ ਖੁਸ਼ ਦੇਖਣਾ ਚਾਹੁੰਦਾ ਸੀ ਜਿਸ ਕਰਕੇ ਮੈਂ ਸਭ ਕੁਝ ਕਰਦਾ ਰਿਹਾ, ਪਰ ਪਿਛਲੇ ਕੁਝ ਮਹੀਨਿਆਂ ਤੋਂ ਇਹ ਕਾਫੀ ਜ਼ਿਆਦਾ ਖਰਾਬ ਕਰ ਰਹੇ ਨੇ ਅਤੇ ਮੇਰੀ ਕੁੜੀ ਨੂੰ ਕੁੱਟਣਾ ਮਾਰਨਾ ਵੀ ਇਹਨਾਂ ਨੇ ਸ਼ੁਰੂ ਕਰ ਦਿੱਤਾ ਹੈ। ਕੁੜੀ ਦੀ ਬਾਂਹ ਦੀ ਹੱਡੀ ਅਤੇ ਹੱਥ ਦੀ ਹੱਡੀ ਪਹਿਲਾਂ ਹੀ ਟੁੱਟ ਚੁੱਕੀ ਹੈ ਜਿਹੜੀ ਕਿ ਕੁੱਟਮਾਰ ਦੇ ਦੌਰਾਨ ਹੀ ਤੋੜੀ ਗਈ ਸੀ। ਹਾਲਾਂਕਿ ਇਹ ਮਰਦ ਪਹਿਲਾਂ ਵੀ ਕਿਸੇ ਹੋਰ ਔਰਤ ਦੇ ਨਾਲ ਫੜਿਆ ਗਿਆ ਸੀ ਅਤੇ ਇਸਨੇ ਮੁਆਫੀਨਾਮਾ ਵੀ ਲਿਖਿਆ ਸੀ। ਘਰ ਪਰਿਵਾਰਿਕ ਮੈਂਬਰਾਂ ਨੇ ਕਿਹਾ ਸੀ ਕਿ ਇਹ ਗਲਤੀ ਹੋਈ ਹੈ ਤੇ ਹੁਣ ਇਹ ਗਲਤੀ ਦੁਬਾਰਾ ਨਹੀਂ ਹੋਵੇਗੀ। ਪਰ ਇੱਕ ਵਾਰੀ ਫੇਰ ਜਦੋਂ ਹੁਣ ਕੁੜੀ ਦੇ ਘਰ ਦੇ ਬਾਹਰ ਜਾ ਰਹੇ ਸਨ ਤਾਂ ਉਹਨਾਂ ਨੇ ਦੇਖਿਆ ਕਿ ਲੁਧਿਆਣਾ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਉਹਨਾਂ ਦਾ ਇਹ ਦਾਮਾਦ ਕਿਸੇ ਹੋਰ ਕੁੜੀ ਦੇ ਨਾਲ ਸੀ। ਉਸੇ ਸਮੇਂ ਉਹਨਾਂ ਨੇ ਆਪਣੀ ਧੀ ਨੂੰ ਫੋਨ ਕਰਕੇ ਉਸ ਜਗ੍ਹਾ ਤੇ ਬੁਲਾ ਲਿਆ ਤੇ ਉਸ ਦੀ ਧੀ ਦੇ ਵੱਲੋਂ ਦੱਸਿਆ ਗਿਆ ਕਿ ਉਹ ਇਸੇ ਔਰਤ ਦੇ ਨਾਲ ਕਾਫੀ ਲੰਬੇ ਸਮੇਂ ਤੋਂ ਰਹਿ ਰਿਹਾ ਹੈ ਤੇ ਹਰ ਤਿਉਹਾਰ ਉਹ ਇਸੇ ਔਰਤ ਦੇ ਨਾਲ ਹੀ ਮਨਾਉਂਦਾ ਹੈ। ਪਤਨੀ ਦੇ ਵੱਲੋਂ ਦੱਸਿਆ ਗਿਆ ਕਿ ਇਸ ਦਾ ਪਤੀ ਨਵਾਂ ਸਾਲ ਮਨਾਉਣ ਦੇ ਲਈ ਹੀ ਇਸ ਕੁੜੀ ਦੇ ਕੋਲ ਆਇਆ ਤੇ ਹਰ ਸਾਲ ਉਹ ਹਰ ਤਿਉਹਾਰ ਨੂੰ ਇਸ ਕੁੜੀ ਦੇ ਕੋਲ ਹੀ ਹੁੰਦਾ ਹੈ, ਭਾਵੇਂ ਉਹ ਕਰਵਾ ਚੌਥ ਹੋਵੇ ਜਾਂ ਫਿਰ ਨਵਾਂ ਸਾਲ ਦਾ ਦਿਨ ਹੀ ਕਿਉਂ ਨਾ ਹੋਵੇ। ਇੰਨਾ ਹੀ ਨਹੀਂ, ਇਹ ਔਰਤ ਦਾ ਪਤੀ ਇੰਨਾ ਸ਼ਾਤਿਰ ਹੈ ਕਿ ਕਿਰਾਏ ਦਾ ਮਕਾਨ ਲੈ ਕੇ ਕਿਤੇ ਹੋਰ ਰਹਿ ਰਿਹਾ ਹੈ ਅਤੇ 5-5 ਦਿਨ ਘਰ ਤੱਕ ਨਹੀਂ ਵੜਦਾ। ਕੁੜੀ ਦੇ ਵੱਲੋਂ ਆਪਣੇ ਮਾਪਿਆਂ ਦੇ ਨਾਲ ਜਦੋਂ ਆਪਣੇ ਪਤੀ ਨੂੰ ਕਿਸੇ ਹੋਰ ਔਰਤ ਦੇ ਨਾਲ ਫੜਿਆ ਗਿਆ, ਹੋਟਲ ਦੇ ਕਮਰੇ ਦੇ ਵਿੱਚ ਦੇਖਿਆ ਗਿਆ ਤਾਂ ਉਸ ਤੋਂ ਬਾਅਦ ਵੀ ਉਹ ਆਪਣੀ ਪਤਨੀ ਦੇ ਨਾਲ ਲੜਨਾ ਸ਼ੁਰੂ ਕਰ ਦਿੰਦਾ ਹੈ। ਉਸ ਦੇ ਵੱਲੋਂ ਕਿਹਾ ਗਿਆ ਕਿ ਤੂੰ ਮੇਰੇ ਪਿੱਛੇ ਬੰਦੇ ਛੱਡੇ ਹੋਏ ਨੇ। ਆਪਣੀ ਗਲਤੀ ਮੰਨਣ ਦੀ ਬਜਾਏ ਇਸਨੇ ਆਪਣੀ ਪਤਨੀ ਨੂੰ ਹੀ ਸਰੇਆਮ ਸੜਕ ਤੇ ਧਮਕਾਉਣਾ ਸ਼ੁਰੂ ਕਰ ਦਿੱਤਾ। ਦੱਸ ਦਈਏ ਕਿ ਜਿਸ ਔਰਤ ਦੇ ਨਾਲ ਇਸ ਮਰਦ ਦੇ ਸਬੰਧ ਦੱਸੇ ਜਾ ਰਹੇ ਨੇ ਉਹ ਵੀ ਇੱਕ 7 ਸਾਲਾ ਧੀ ਦੀ ਮਾਂ ਦੱਸੀ ਜਾ ਰਹੀ ਹੈ। ਫਿਲਹਾਲ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਲਿਆ ਦਿੱਤਾ ਗਿਆ ਅਤੇ ਪੁਲਿਸ ਥਾਣੇ ਦੇ ਵਿੱਚ ਬਿਠਾ ਕੇ ਚੰਗੀ ਤਰ੍ਹਾਂ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਕੁੜੀ ਦਾ ਇਹੀ ਕਹਿਣਾ ਹੈ ਕਿ ਮੈਨੂੰ ਇਨਸਾਫ ਚਾਹੀਦਾ ਹੈ ਕਿਉਂਕਿ ਇੱਕ ਨਹੀਂ ਸਗੋਂ ਪਿਛਲੇ 2 ਸਾਲ ਤੋਂ ਕਈ ਵਾਰ ਮੈਂ ਆਪਣੇ ਪਤੀ ਨੂੰ ਸਮਝਾ ਚੁੱਕੀ ਹਾਂ, ਪਰ ਇਹ ਫਿਰ ਵੀ ਹੋਰ ਔਰਤਾਂ ਦੇ ਚੱਕਰਾਂ ਦੇ ਵਿੱਚੋਂ ਬਾਹਰ ਨਹੀਂ ਆਉਂਦਾ। 2 ਸਾਲ ਪਹਿਲਾਂ ਵੀ ਇੱਕ ਰਾਜ਼ੀਨਾਮਾ ਹੋਇਆ ਸੀ, ਮੁਆਫੀਨਾਮਾ ਲਿਖਿਆ ਗਿਆ ਸੀ ਅਤੇ ਉਸ ਤੋਂ ਬਾਅਦ ਹੀ ਰਾਜ਼ੀਨਾਮਾ ਕੀਤਾ ਗਿਆ ਸੀ ਕਿ ਅੱਗੇ ਤੋਂ ਅਜਿਹੀ ਗਲਤੀ ਨਹੀਂ ਹੋਵੇਗੀ। ਪਰ ਇੱਕ ਵਾਰੀ ਫਿਰ ਤੋਂ ਲੁਧਿਆਣਾ ਦੇ ਇੱਕ ਨਿੱਜੀ ਹੋਟਲ ਦੇ ਕਮਰੇ ਦੇ ਵਿੱਚ ਆਪਣੇ ਪਤੀ ਨੂੰ ਕਿਸੇ ਹੋਰ ਔਰਤ ਦੇ ਨਾਲ ਫੜਨ ਤੋਂ ਬਾਅਦ ਪਤਨੀ ਨੇ ਇਹੀ ਕਿਹਾ ਕਿ ਹੁਣ ਮੈਨੂੰ ਇਨਸਾਫ ਚਾਹੀਦਾ ਹੈ। ਦੇਖਣਾ ਹੋਵੇਗਾ ਕਿ ਸਾਰੇ ਮਾਮਲੇ ਦੇ ਵਿੱਚ ਪੁਲਿਸ ਕੀ ਕਾਰਵਾਈ ਕਰਦੀ ਹੈ ਕਿਉਂਕਿ ਜਦੋਂ ਸੜਕ ਤੇ ਇਹ ਹੰਗਾਮਾ ਹੋ ਰਿਹਾ ਸੀ ਤਾਂ ਇੱਥੇ ਵੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪੁਲਿਸ ਵਿਚਾਲੇ ਆ ਕੇ ਸਭ ਕੁਝ ਸਮਝਾਉਣ ਦੀ ਅਤੇ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਬੇਸ਼ਰਮ ਮੁੰਡਾ ਸਾਹਮਣੇ ਖੜਾ ਹੋ ਕੇ ਆਪਣੇ ਸਹੁਰੇ ਦੇ ਨਾਲ ਬਹਿਸ ਕਰ ਰਿਹਾ ਅਤੇ ਉਹ ਕੁੜੀ ਦੇ ਸ਼ਹਿ ਲੈਂਦੇ ਹੋਏ ਆਪਣੀ ਪਤਨੀ ਦੇ ਨਾਲ ਵੀ ਲੜਾਈ ਝਗੜਾ ਕਰ ਰਿਹਾ ਹੈ ਜਿਸ ਨੇ ਕਿ ਮਾਸੂਮ ਬੱਚੇ ਨੂੰ ਆਪਣੀ ਗੋਦੀ ਦੇ ਵਿੱਚ ਚੁੱਕਿਆ ਹੋਇਆ ਹੈ।
ਇਸ ਬਾਰੇ ਜਦੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਮਾਰਨਾ ਕੁੱਟਣਾ ਸ਼ੁਰੂ ਕਰ ਦਿੰਦਾ ਹੈ। ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਹਮਣੇ ਖੜਾ ਇਹ ਜ਼ਾਲਿਮ ਅਤੇ ਜਾਹਿਲ ਪਤੀ ਆਪਣੀ ਪਤਨੀ ਦੇ ਨਾਲ ਕਿਵੇਂ ਬਹਿਸ ਕਰ ਰਿਹਾ ਹੈ। ਨਾ ਸਿਰਫ ਆਪਣੀ ਪਤਨੀ ਦੇ ਨਾਲ ਸਗੋਂ ਉਸਦੇ ਪਿਤਾ ਦੇ ਨਾਲ ਵੀ ਲੜਾਈ ਝਗੜਾ ਕੀਤਾ ਜਾ ਰਿਹਾ ਹੈ। ਹੱਥ ਦੇ ਵਿੱਚ ਬੱਚਾ ਚੁੱਕੀ ਖੜੀ ਇਸ ਔਰਤ ਦੇ ਵੱਲੋਂ ਦੱਸਿਆ ਗਿਆ ਕਿ ਕਿਵੇਂ ਉਸਦਾ ਪਤੀ ਉਸਨੂੰ ਕਾਫੀ ਸਮੇਂ ਤੋਂ ਤੰਗ ਪਰੇਸ਼ਾਨ ਕਰ ਰਿਹਾ ਹੈ। ਇਹ ਵੀ ਬੜੀ ਹੈਰਾਨੀ ਦੀ ਗੱਲ ਹੈ ਕਿ ਇਹ ਪਤੀ ਪਤਨੀ ਦਾ 12 ਸਾਲ ਅਫੇਅਰ ਰਿਹਾ ਅਤੇ ਉਸ ਤੋਂ ਬਾਅਦ ਇਹਨਾਂ ਨੇ ਪ੍ਰੇਮ ਵਿਆਹ ਕਰਵਾਇਆ ਸੀ। ਪ੍ਰੇਮ ਵਿਆਹ ਹੋਣ ਦੇ ਬਾਵਜੂਦ ਵੀ ਇਸ ਮਰਦ ਦੇ ਵੱਲੋਂ ਆਪਣੀ ਪਤਨੀ ਦੇ ਨਾਲ ਵਫਾ ਨਹੀਂ ਨਿਭਾਈ ਗਈ ਤੇ ਹਾਲਤ ਇਹ ਬਣੇ ਹੋਏ ਨੇ ਕਿ ਪਤਨੀ ਦੇ ਵੱਲੋਂ ਬੱਚੇ ਨੂੰ ਚੁੱਕ ਕੇ ਸੜਕ ਤੇ ਭਟਕਣਾ ਪੈ ਰਿਹਾ ਅਤੇ ਪਤੀ ਨੂੰ ਸਮਝਾਉਣਾ ਪੈ ਰਿਹਾ ਹੈ। ਦੱਸਿਆ ਗਿਆ ਕਿ ਇਸ ਤੋਂ ਪਹਿਲਾਂ ਵੀ ਰਾਜ਼ੀਨਾਮਾ ਹੋ ਚੁੱਕਿਆ ਤੇ ਮੁਆਫੀ ਵੀ ਕਈ ਵਾਰ ਇਹ ਮੰਗ ਚੁੱਕਿਆ। ਜਦੋਂ ਇਸ ਬਾਰੇ ਸਾਰੀ ਗੱਲਬਾਤ ਮੁੰਡੇ ਦੇ ਮਾਪਿਆਂ ਦੇ ਨਾਲ ਕੀਤੀ ਜਾਂਦੀ ਹੈ ਤਾਂ ਕੁੜੀ ਦੇ ਪਿਤਾ ਦਾ ਕਹਿਣਾ ਹੈ ਕਿ ਇਸ ਦੇ ਮਾਪੇ ਕਹਿੰਦੇ ਨੇ ਕਿ ਮੁੰਡੇ ਐਸ਼ ਕਰਦੇ ਹੀ ਹੁੰਦੇ ਨੇ। ਸ਼ਰਮ ਆਉਣੀ ਚਾਹੀਦੀ ਹੈ ਅਜਿਹੇ ਲੋਕਾਂ ਨੂੰ ਜਿਹੜੇ ਕਿ ਕਿਸੇ ਹੋਰ ਦੀਆਂ ਧੀਆਂ ਭੈਣਾਂ ਦੇ ਨਾਲ ਖਿਲਵਾੜ ਕਰਦੇ ਨੇ। ਇਹ ਵੀ ਕਿਹਾ ਗਿਆ ਕਿ ਕਿਵੇਂ ਦਹੇਜ ਮੰਗਣ ਦੇ ਲਈ ਉਹਨਾਂ ਦੇ ਨਾਲ ਜ਼ੋਰ ਜ਼ਬਰਦਸਤੀ ਕੀਤੀ ਗਈ ਸੀ। ਮੁੰਡੇ ਦੇ ਜੀਜੇ ਦੇ ਵੱਲੋਂ ਹੀ ਗੱਡੀਆਂ ਮੰਗੀਆਂ ਜਾਂਦੀਆਂ ਰਹੀਆਂ ਨੇ। ਕੁੜੀ ਦੇ ਪਿਤਾ ਦੇ ਵੱਲੋਂ ਦੱਸਿਆ ਗਿਆ ਕਿ ਮਜਬੂਰਨ ਉਹਨਾਂ ਨੇ ਦਹੇਜ ਦਿੱਤਾ। ਹਾਲਾਂਕਿ ਉਹ ਚੰਗੀ ਤਰ੍ਹਾਂ ਜਾਣਦੇ ਨੇ ਕਿ ਦਹੇਜ ਦੇਣਾ ਇੱਕ ਕਾਨੂੰਨਨ ਅਪਰਾਧ ਹੈ ਤੇ ਪਿਤਾ ਦਾ ਕਹਿਣਾ ਹੈ ਕਿ ਮੈਂ ਆਪਣੀ ਧੀ ਨੂੰ ਖੁਸ਼ ਦੇਖਣਾ ਚਾਹੁੰਦਾ ਸੀ, ਜਿਸ ਕਰਕੇ ਮੈਂ ਸਭ ਕੁਝ ਕਰਦਾ ਰਿਹਾ, ਪਰ ਪਿਛਲੇ ਕੁਝ ਮਹੀਨਿਆਂ ਤੋਂ ਇਹ ਕਾਫੀ ਜ਼ਿਆਦਾ ਖਰਾਬ ਕਰ ਰਹੇ ਨੇ ਅਤੇ ਮੇਰੀ ਕੁੜੀ ਨੂੰ ਕੁੱਟਣਾ ਮਾਰਨਾ ਵੀ ਇਹਨਾਂ ਨੇ ਸ਼ੁਰੂ ਕਰ ਦਿੱਤਾ ਹੈ। ਕੁੜੀ ਦੀ ਬਾਂਹ ਦੀ ਹੱਡੀ ਅਤੇ ਹੱਥ ਦੀ ਹੱਡੀ ਪਹਿਲਾਂ ਹੀ ਟੁੱਟ ਚੁੱਕੀ ਹੈ, ਜਿਹੜੀ ਕਿ ਕੁੱਟਮਾਰ ਦੇ ਦੌਰਾਨ ਹੀ ਤੋੜੀ ਗਈ ਸੀ। ਹਾਲਾਂਕਿ ਇਹ ਮਰਦ ਪਹਿਲਾਂ ਵੀ ਕਿਸੇ ਹੋਰ ਔਰਤ ਦੇ ਨਾਲ ਫੜਿਆ ਗਿਆ ਸੀ ਅਤੇ ਇਸਨੇ ਮਾਫੀਨਾਮਾ ਵੀ ਲਿਖਿਆ ਸੀ। ਘਰ ਪਰਿਵਾਰਿਕ ਮੈਂਬਰਾਂ ਨੇ ਕਿਹਾ ਸੀ ਕਿ ਇਹ ਗਲਤੀ ਹੋਈ ਹੈ ਤੇ ਹੁਣ ਇਹ ਗਲਤੀ ਦੁਬਾਰਾ ਨਹੀਂ ਹੋਵੇਗੀ। ਪਰ ਇੱਕ ਵਾਰੀ ਫੇਰ ਜਦੋਂ ਹੁਣ ਕੁੜੀ ਦੇ ਘਰ ਦੇ ਬਾਹਰ ਜਾ ਰਹੇ ਸਨ ਤਾਂ ਉਹਨਾਂ ਨੇ ਦੇਖਿਆ ਕਿ ਲੁਧਿਆਣਾ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਉਹਨਾਂ ਦਾ ਇਹ ਦਾਮਾਦ ਕਿਸੇ ਹੋਰ ਕੁੜੀ ਦੇ ਨਾਲ ਸੀ। ਉਸੇ ਸਮੇਂ ਉਹਨਾਂ ਨੇ ਆਪਣੀ ਧੀ ਨੂੰ ਫੋਨ ਕਰਕੇ ਉਸ ਜਗ੍ਹਾ ਤੇ ਬੁਲਾ ਲਿਆ ਤੇ ਉਸ ਦੀ ਧੀ ਦੇ ਵੱਲੋਂ ਦੱਸਿਆ ਗਿਆ ਕਿ ਉਹ ਇਸੇ ਔਰਤ ਦੇ ਨਾਲ ਕਾਫੀ ਲੰਬੇ ਸਮੇਂ ਤੋਂ ਰਹਿ ਰਿਹਾ ਹੈ ਤੇ ਹਰ ਤਿਉਹਾਰ ਉਹ ਇਸੇ ਔਰਤ ਦੇ ਨਾਲ ਹੀ ਮਨਾਉਂਦਾ ਹੈ। ਪਤਨੀ ਦੇ ਵੱਲੋਂ ਦੱਸਿਆ ਗਿਆ ਕਿ ਇਸ ਦਾ ਪਤੀ ਨਵਾਂ ਸਾਲ ਮਨਾਉਣ ਦੇ ਲਈ ਹੀ ਇਸ ਕੁੜੀ ਦੇ ਕੋਲ ਆਇਆ ਤੇ ਹਰ ਸਾਲ ਉਹ ਹਰ ਤਿਉਹਾਰ ਨੂੰ ਇਸ ਕੁੜੀ ਦੇ ਕੋਲ ਹੀ ਹੁੰਦਾ ਹੈ, ਭਾਵੇਂ ਉਹ ਕਰਵਾ ਚੌਥ ਹੋਵੇ ਜਾਂ ਫਿਰ ਨਵਾਂ ਸਾਲ ਦਾ ਦਿਨ ਹੀ ਕਿਉਂ ਨਾ ਹੋਵੇ। ਇੰਨਾ ਹੀ ਨਹੀਂ, ਇਹ ਔਰਤ ਦਾ ਪਤੀ ਇੰਨਾ ਸ਼ਾਤਿਰ ਹੈ ਕਿ ਕਿਰਾਏ ਦਾ ਮਕਾਨ ਲੈ ਕੇ ਕਿਤੇ ਹੋਰ ਰਹਿ ਰਿਹਾ ਹੈ ਅਤੇ 5-5 ਦਿਨ ਘਰ ਤੱਕ ਨਹੀਂ ਵੜਦਾ। ਕੁੜੀ ਦੇ ਵੱਲੋਂ ਆਪਣੇ ਮਾਪਿਆਂ ਦੇ ਨਾਲ ਜਦੋਂ ਆਪਣੇ ਪਤੀ ਨੂੰ ਕਿਸੇ ਹੋਰ ਔਰਤ ਦੇ ਨਾਲ ਫੜਿਆ ਗਿਆ, ਹੋਟਲ ਦੇ ਕਮਰੇ ਦੇ ਵਿੱਚ ਦੇਖਿਆ ਗਿਆ ਤਾਂ ਉਸ ਤੋਂ ਬਾਅਦ ਵੀ ਉਹ ਆਪਣੀ ਪਤਨੀ ਦੇ ਨਾਲ ਲੜਨਾ ਸ਼ੁਰੂ ਕਰ ਦਿੰਦਾ ਹੈ। ਉਸ ਦੇ ਵੱਲੋਂ ਕਿਹਾ ਗਿਆ ਕਿ ਤੂੰ ਮੇਰੇ ਪਿੱਛੇ ਬੰਦੇ ਛੱਡੇ ਹੋਏ ਨੇ। ਆਪਣੀ ਗਲਤੀ ਮੰਨਣ ਦੀ ਬਜਾਏ ਇਸਨੇ ਆਪਣੀ ਪਤਨੀ ਨੂੰ ਹੀ ਸਰੇਆਮ ਸੜਕ ਤੇ ਧਮਕਾਉਣਾ ਸ਼ੁਰੂ ਕਰ ਦਿੱਤਾ। ਦੱਸ ਦਈਏ ਕਿ ਜਿਸ ਔਰਤ ਦੇ ਨਾਲ ਇਸ ਮਰਦ ਦੇ ਸਬੰਧ ਦੱਸੇ ਜਾ ਰਹੇ ਨੇ ਉਹ ਵੀ ਇੱਕ 7 ਸਾਲਾ ਧੀ ਦੀ ਮਾਂ ਦੱਸੀ ਜਾ ਰਹੀ ਹੈ। ਫਿਲਹਾਲ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਲਿਆ ਦਿੱਤਾ ਗਿਆ ਅਤੇ ਪੁਲਿਸ ਥਾਣੇ ਦੇ ਵਿੱਚ ਬਿਠਾ ਕੇ ਚੰਗੀ ਤਰ੍ਹਾਂ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਕੁੜੀ ਦਾ ਇਹੀ ਕਹਿਣਾ ਹੈ ਕਿ ਮੈਨੂੰ ਇਨਸਾਫ ਚਾਹੀਦਾ ਹੈ, ਕਿਉਂਕਿ ਇੱਕ ਨਹੀਂ ਸਗੋਂ ਪਿਛਲੇ 2 ਸਾਲ ਤੋਂ ਕਈ ਵਾਰ ਮੈਂ ਆਪਣੇ ਪਤੀ ਨੂੰ ਸਮਝਾ ਚੁੱਕੀ ਹਾਂ, ਪਰ ਇਹ ਫਿਰ ਵੀ ਹੋਰ ਔਰਤਾਂ ਦੇ ਚੱਕਰਾਂ ਦੇ ਵਿੱਚੋਂ ਬਾਹਰ ਨਹੀਂ ਆਉਂਦਾ। 2 ਸਾਲ ਪਹਿਲਾਂ ਵੀ ਇੱਕ ਰਾਜ਼ੀਨਾਮਾ ਹੋਇਆ ਸੀ, ਮਾਫੀਨਾਮਾ ਲਿਖਿਆ ਗਿਆ ਸੀ ਅਤੇ ਉਸ ਤੋਂ ਬਾਅਦ ਹੀ ਰਾਜ਼ੀਨਾਮਾ ਕੀਤਾ ਗਿਆ ਸੀ ਕਿ ਅੱਗੇ ਤੋਂ ਅਜਿਹੀ ਗਲਤੀ ਨਹੀਂ ਹੋਵੇਗੀ। ਪਰ ਇੱਕ ਵਾਰੀ ਫਿਰ ਤੋਂ ਲੁਧਿਆਣਾ ਦੇ ਇੱਕ ਨਿੱਜੀ ਹੋਟਲ ਦੇ ਕਮਰੇ ਦੇ ਵਿੱਚ ਆਪਣੇ ਪਤੀ ਨੂੰ ਕਿਸੇ ਹੋਰ ਔਰਤ ਦੇ ਨਾਲ ਫੜਨ ਤੋਂ ਬਾਅਦ ਪਤਨੀ ਨੇ ਇਹੀ ਕਿਹਾ ਕਿ ਹੁਣ ਮੈਨੂੰ ਇਨਸਾਫ ਚਾਹੀਦਾ ਹੈ। ਦੇਖਣਾ ਹੋਵੇਗਾ ਕਿ ਸਾਰੇ ਮਾਮਲੇ ਦੇ ਵਿੱਚ ਪੁਲਿਸ ਕੀ ਕਾਰਵਾਈ ਕਰਦੀ ਹੈ, ਕਿਉਂਕਿ ਜਦੋਂ ਸੜਕ ਤੇ ਇਹ ਹੰਗਾਮਾ ਹੋ ਰਿਹਾ ਸੀ ਤਾਂ ਇੱਥੇ ਵੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪੁਲਿਸ ਵਿਚਾਲੇ ਆ ਕੇ ਸਭ ਕੁਝ ਸਮਝਾਉਣ ਦੀ ਅਤੇ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਬੇਸ਼ਰਮ ਮੁੰਡਾ ਸਾਹਮਣੇ ਖੜਾ ਹੋ ਕੇ ਆਪਣੇ ਸਹੁਰੇ ਦੇ ਨਾਲ ਬਹਿਸ ਕਰ ਰਿਹਾ ਅਤੇ ਉਹ ਕੁੜੀ ਦੇ ਸ਼ਹਿ ਲੈਂਦੇ ਹੋਏ ਆਪਣੀ ਪਤਨੀ ਦੇ ਨਾਲ ਵੀ ਲੜਾਈ ਝਗੜਾ ਕਰ ਰਿਹਾ ਹੈ, ਜਿਸ ਨੇ ਕਿ ਮਾਸੂਮ ਬੱਚੇ ਨੂੰ ਆਪਣੀ ਗੋਦੀ ਦੇ ਵਿੱਚ ਚੁੱਕਿਆ ਹੋਇਆ ਹੈ। जब पंडित प्रवीण ज्योतिष जी के पास है आपकी हर समस्या का समाधान, तो फिर घबराने की क्या है बात। आपकी हर समस्या का समाधान करेंगे विश्व के नंबर 1 ज्योतिष एवं स्वर्ण पदक विजेता पंडित प्रवीण ज्योतिष जी। अगर आप भी किसी समस्या का हल पाना चाहते हो तो आज ही करें संपर्क। अगर आप विदेश जाना चाहते हैं या वहाँ पक्का होना चाहते हैं, पति पत्नी में अनबन, मांगलिक दोष,
अगर आपका प्यार आपको इग्नोर करता है, गृह कलेश, सौतन दुश्मन से छुटकारा, माता पिता को शादी के लिए राजी करना चाहते हैं, रूठे प्रेमी प्रेमिका को मनाना, या अगर आप किसी परेशानी में फंसे हैं तो आज ही फोन करें पंडित प्रवीण ज्योतिष जी को। विश्व के नंबर 1 पंडित प्रवीण ज्योतिष जी आपके एक फोन पर ही करेंगे समस्या का समाधान। अभी कॉल करने के लिए डायल करें +9194 600 16690।